दुकानदार अपना गार्ड भी रखे तो पुलिस किस वास्ते मुआशरे च साडे ਪੁਲਿਸ ਖਤਮ ਕਰ ਦਿਓ ਚੋਰਾਂ ਦੇ ਵੀ ਮੁਹਾਫਿਜ਼ ਪੁਲਿਸ ਨੂੰ ਹੀ ਕਰਨਾ ਤੁਸੀਂ ਗਮਲਿਆਂ 'ਚ ਪੌਦੇ ਲਾਏ ਨੇ ਜਿਹੜੇ ਜੰਮ ਕੇ ਪੁਲਿਸ ਵਾਲੇ ਹੋ ਜਾਣਗੇ ਅਗਲੇ ਸਾਲ ਨਵੇਂ ਆ ਜਾਣਗੇ भर्ती ज्यादा होनी चाहिए ਇੰਜ ਆ ਕੇ ਲੋਕਾਂ ਦੇ ਸਿਰ ਪਾੜਨਾ ਸ਼ੁਰੂ ਕਰ ਦੇ ਤੁਸੀਂ ਉਹਨਾਂ ਨੂੰ ਦੱਸੋ ਸਟਰੋਂਗ ਕੇਸ ਨਹੀਂ ਪੇਸ਼ ਕਰੋ ਨਾ ਆਪਣਾ ਗਵਰਨਮੈਂਟ ਨੂੰ ਉਹਨੂੰ ਸਿਮਟ ਲਾ ਦੇਗੀ ਯਾਰ ਕੋ 100 ਬੋਰੀ ਤੇ ਸਾਰੀ ਕਾਰਵਾਈਆਂ ਰਾਤ ਨੂੰ ਜਾਂ ਦਿਨ ਨੂੰ ਡਾਕੂ ਨਹੀਂ ਫੜਿਆ ਜਾਂਦਾ ਸਾਡੇ ਕੋਲ ਭਾਈ ਬਦਰ ਸਈਦ ਯਹਾਂ ਕੱਟ ਕਰੇ ਤੇਰੇ ਵਰਗੇ ਚੌਕ 'ਚ ਖਲੋਤੇ ਹੁੰਦੇ ਨੇ ਦੱਸ ਦਿੰਦੇ ਨੇ ਸੀਆਈਏ ਆ ਗਈ ਇਹ ਤਾਂ ਦਿਨ ਨੂੰ ਛਾਪਾ ਨਹੀਂ ਮਾਰਦੇ ਨਹੀਂ ਤੇ ਇੰਨਾ ਐਲਾਨ ਕਰਕੇ ਕਿਉਂ ਜਾਂਦੇ ਹੋ ਪਤਾ ਲੱਗ ਜਾ ਹੁਣ ਕੀ ਕਰੀਏ ਅਸੀਂ ਸਲਮਾਨੀ ਟੋਪੀਆਂ ਪਾ ਕੇ ਜਾਈਏ ਮਾਸ਼ਰੇ में सर डाकू क्यों ज्यादा सिक्योर है मुआशरा सुन तो ले मुआशरा इसलिए सिक्योर है कि तुसी उन्हां दी ज़मानत करान टुर जाते हो बदमाशों का सीआईए से ताल्लुक नहीं था लिस्टें आपने बनाई थी बदमाशों की लिस्ट बनाने की जरूरत नहीं मुझे पता बदमाश कौन है तो वो क्यों और भाई बदमाशों को मेरा पता है मैं क्या हूं बंदा सिक्योर नहीं है और डर दी वजह तो अपना केस वापस ले आ रहा है वो किस तरह सिक्योर होएगा 6 लीटर दे दी जाके डीआई साहब ऑपरेशन को तुसी सवाल पूछो पिछली गवर्नमेंट ने तो बड़ी तारीफ भी की थी राजा बशारत साहब हर बार असेंबली चेक करते सानू थे बंदे भी दे जांदे ना को 10-20 हज़ार रुपए मैं एसपी सदर था तो उन दिनों में ज्वेलरी शॉप से वारदातें हो रही थी मेरी एरिया में 200 के करीब ज्वेलरी शॉप्स थी तो मैंने कहा कि जी सबका सर्वे करें उस वक्त शॉप साइड सिक्योरिटी एक्ट होता था कि 1 मिलियन से ऊपर होगा तो आप एक गार्ड रखेंगे तो इस तरह का सारा तो मैंने कहा जी इनसे ले जिसके पास जो है जिस कैटेगरी में आता उतने गार्ड रखे उतने कैमरे लगाए आप यकीन करेंगे 200 दुकानदार लिख के दे देता कि साढ़े को सारा ही आर्टिफिशियल सोना होता है ਤੇ ਤੁਸੀਂ ਉਹਨਾਂ ਦਾ ਰਿਕਾਰਡ ਕੱਢ ਲਓ ਸਾਰੇ ਇੱਕ ਇੱਕ ਪਰਚਾ ਕਰਾਇਆ ਹੋਣਾ ਤਕਰੀਬਨ 5-5 ਕਿਲੋ ਸੋਨਾ ਚੋਰੀ ਦਾ अच्छा सर वैसे ਐਡੇ ਝੂਠੇ ਲੋਕ ਆ ਤੇ ਇਸ ਲਈ ਨਾ ਕਦੇ ਕਦੇ ਖੁਸ਼ ਵੀ ਹੋਇਆ ਕਰੋ ਕਿ ਪੁਲਿਸ ਨੇ ਚੰਗਾ ਕੰਮ सर नहीं चंगा काम ਨਾ ਕੱਢਿਆ ਕਰੋ ਚੰਗਾ ਕੰਮ ਕਰ ਰਹੀ ਹੈ ਅਸੀਂ ਤਾਰੀਫ ਕਰ ਰਹੇ ਹਾਂ ਤੁਹਾਡੀ ਲੇਕਿਨ ਦੇਖੋ ਨਾ ਇਹ ਵੀ ਜਿਹੜੀ ਸੋਚ ਹੈ ਕਿ ਜੀ ਦੁਕਾਨਦਾਰ ਆਪਣਾ ਗਾਰਡ ਵੀ ਰੱਖੇ ਤੇ ਪੁਲਿਸ ਕਿਸ ਵਾਸਤੇ ਮੁਆਸ਼ਰੇ 'ਚ ਸਾਡੇ ਤੇ ਪੁਲਿਸ ਖਤਮ ਕਰ ਦਿਓ ਨਾ ਨਹੀਂ ਪੁਲਿਸ ਹੋਏ ਗਾਰਡ ਕਿਉਂ ਰੱਖੇ ਹੋ ਮਤਲਬ ਜੇ ਤੁਸੀਂ ਉਹਦੇ ਮੁਹਾਫਿਜ਼ ਹੋ ਜੀ ਮੈਂ ਉਹਦਾ ਮੁਹਾਫਿਜ਼ ਹਾਂ ਨਾ ਲਾਰਡਸ਼ਿਪ ਤੁਸੀਂ ਬੜੀ ਅੱਛੀ ਗੱਲ ਕੀਤੀ ਮੈਂ ਉਹਦਾ ਮੁਹਾਫਿਜ਼ ਹਾਂ ਬਹੁਤ ਅੱਛੀ ਗੱਲ ਹੈ ਚੋਰਾਂ ਦੇ ਵੀ ਮੁਹਾਫਿਜ਼ ਪੁਲਿਸ ਨੂੰ ਹੀ ਕਰਨਾ ਤੁਸੀਂ ਮੇਰਾ ਪੁਆਇੰਟ ਸਿਰਫ ਹੈ ਸਰ कि आप पुलिस कितनी है लाहौर में सर अब ये तो इशू सबर ते करना यार और पुलिस ਅਸੀਂ ਕੋਈ ਇੱਥੇ ਗਮਲਿਆਂ 'ਚ ਪੌਦੇ ਲਾਏ ਨੇ ਜਿਹੜੇ ਜੰਮ ਕੇ ਪੁਲਿਸ ਵਾਲੇ ਹੋ ਜਾਣਗੇ ਅਗਲੇ ਸਾਲ ਨਵੇਂ ਆ ਜਾਣਗੇ ਭਰਤੀ ਜ਼ਿਆਦਾ ਹੋਣੀ ਚਾਹੀਦੀ ਹੈ ਨਹੀਂ ਭਰਤੀ ਕਰਕੇ ਦਿਓ ਨਾ ਜਾ ਕੇ ਇਸ ਤੋਂ ਬਾਅਦ ਤੁਸੀਂ ਸਰ ਤੁਸੀਂ ਰਿਕਮੈਂਡੇਸ਼ਨ ਦੇਣੀ ਹੈ ਨਾ ਕਿ ਸਾਡੇ ਕੋਲ ਨਫਰੀ ਘੱਟ ਹੈ ਤੇ ਸਰ ਅਸੀਂ ਤਾਂ ਰੋਜ਼ ਦੇਨੇ हैं आप इंटरनेशनल स्टैंडर्ड तो निकालें कि हमारी नफरी कितनी होनी चाहिए आप एक काम करें ना आप इसके बाद कैमरा उठाएं आप चले जाएं सेक्रेटरी फाइनेंस के पास कि सारे इन्होंने इन्नियां चिट्ठियां लिखियां ने सानू बंदे रिक्रूट करन दियो साडी इन्नी डेफिशिएंसी है सर क्यों नहीं इजाजत देंदे सर ਤੁਸੀਂ ਕਿਉਂ ਨਹੀਂ ਆਪਣਾ ਮੁਕੱਦਮਾ ਲੜਦੇ ਠੀਕ ਤੋਂ ਮੁਕੱਦਮਾ ਹੁਣ ਕਿੰਜ ਜਾ ਕੇ ਲੋਕਾਂ ਦੇ ਸਿਰ ਪਾੜਨਾ ਸ਼ੁਰੂ ਕਰ ਦੇ ਤੁਸੀਂ ਉਹਨਾਂ ਨੂੰ ਦੱਸੋ ਕਿ ਰਿਕੁਆਇਰਮੈਂਟ ਇਹ ਹੈ ਚੀਜ਼ਾਂ ਨੇ ਨਹੀਂ ਸਿਰਫ ਪਰਚੀ ਚਲੀ ਗਈ ਪਰਚੀ ਵਾਪਸ ਗੱਲ ਤੇ ਸੁਣ ਤੇਰਾ ਖਿਆਲ ਅਸੀਂ ਮੈਂ ਬਦਰ ਸਈਦ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਹ ਆ ਕੇ ਮੈਨੂੰ ਜਗਾਏਗਾ ਕਿ ਤੁਸੀਂ ਮੁਕੱਦਮਾ ਲੜੋ ਤੇ ਲਿਆ ਕੇ ਲੜਾ ਨਹੀਂ ਸਰ ਤੇ ਜ਼ਰੂਰਤ ਤੁਹਾਡੀ ਹੈ ਨਾ ਮੇਰੀ ਜਾਨ ਕੇ ਟੁਕੜੇ ਸਰ ਮੇਰੀ ਟੀਮ 'ਚ ਜ਼ਰੂਰਤ ਪਏ ਮੈਂ ਵੀ ਬੰਦਾ ਇੱਕ ਲੈ ਰਿਹਾ ਨਾ ਨਵਾਂ ਕੇ ਸਾਨੂੰ ਚਾਹੀਦਾ ਖਿਆਲ ਅਸੀਂ ਨਹੀਂ ਗਏ ਹੋਵਾਂਗੇ क्यों नहीं मिल रहे क्यों नहीं दे रही गवर्नमेंट पूछो ना वो भाई लोग फाइनेंशियल वजह कोई दस रहे होंगे बस देखिए ना आपके सामने है मुल्क की फाइनेंशियल सिचुएशन देखें सर हर महकमे में तो हो जाती है भर्ती सर फिर सानू ਤੁਸੀਂ ਕਰਾ ਦਿਓ ਚਲੋ ਇੰਜ ਕਰ ਰਹੇ ਆ ਨਾ ਅਸੀਂ ਤੁਹਾਨੂੰ ਲੈਟਰ ਦੇਨੇ ਆ ਤੇ ਮੈਂ ਆਈਜੀ ਸਾਹਿਬ ਨੂੰ ਕਹਿਣਾ ਕਿ ਜਨਾਬ ਨਾਲ ਰਾਬਤਾ ਕਰਦੇ ਨਹੀਂ ਸਰ ਦੇਖੋ ਆਈਜੀ ਸਾਹਿਬ ਤੇ ਫੰਡ ਹੀ ਬੜੇ ਤਕਸੀਮ ਕਰ ਰਹੇ ਨੇ ਸਰ ਉਹ ਤੇ ਬਹੁਤ ਜ਼ਿਆਦਾ ਫੰਡ ਦੇ ਰਹੇ ਨੇ ਉਹਨਾਂ ਨੇ ਤੇ ਮਤਲਬ ਕਰੋੜਾਂ ਰੁਪਏ ਲੋਕਾਂ 'ਚ ਵੰਡੇ ਨੇ ਹੁਣ ਸਰ ਇਹ ਜਿਹੜਾ ਸਵਾਲ ਹੈ ਇਹ ਹੁਣ ਮੈਂ ਤੁਹਾਨੂੰ ਸਾਫ਼ ਤੇ ਤਬਸਰਾ ਨਹੀਂ ਕਰ ਸਕਦਾ ਨਹੀਂ ਆਈਜੀ ਸਾਹਿਬ ਦੀ ਸਰ ਅਸੀਂ ਬੜੀ ਤਾਰੀਫ ਹੋਈ ਇਸ ਚੀਜ਼ ਤੇ बदर सईद ये सवाल इस बात से लिंक्ड नहीं है कि भर्ती का और फंड तकसीम करने का ताल्लुक क्या है मतलब फंड तो है इसका मतलब ओ भाई उसके मद में और भी आ सकता है भाई बात तो सुने ना देखें आप सीपीओ में रहे हुए हैं फंड अगर वेलफेयर फंड को आईजी साहब बेहतर तरीके से यूटिलाइज कर रहे हैं इसका मतलब ये नहीं कि ओदी जगह एक वैकेंसी क्रिएट की जा सकती है लेकिन सर दैट इज ए सेपरेट थिंग दिस इज ए सेपरेट थिंग ठीक है ना लेट्स नॉट मिक्स दोस टू थिंग्स ना दोनों का कोई आपस में मिक्स बनता नहीं है सर मैं मिक्स नहीं कर रहा मैं ये कह रहा हूँ कि देखें आपने मुल्क की मैशियत की बात की तो मैंने कहा कि फंड आ भी रहे हैं वेलफेयर की मद में आ रही हैं ठीक है वो वेलफेयर पे ही लगने चाहिए वो मैं अर्ज कर रहा हूँ कि नहीं आ रहे भाई वेलफेयर की मद ना मिक्स करना चीज़ां नु सर वध गए ने पेट्रोल पंप तो इनकम ज्यादा शुरू हो गई है पुलिस दी स्कूलों तो पैसे आने शुरू हो गए ने स्कूल हाँ वेलफेयर च लग रहा है तो वेलफेयर ਦੇ ਪੈਸੇ वेलफेयर ਚ ਲੱਗਣਾ ਚਾਹੀਦਾ ਉਹ ਤੁਸੀਂ ਬੰਦਾ ਭਰਤੀ ਕਰ ਦਈਓ ਨਹੀਂ ਨਹੀਂ वेलफेयर ਚ ਲੱਗਣਾ ਚਾਹੀਦਾ ਲੇਕਿਨ ਤੁਸੀਂ ਇਹੀ ਕੇਸ ਇਸੇ ਤਰ੍ਹਾਂ ਉੱਥੇ ਵੀ ਤੇ ਸਟਰੋਂਗ ਕੇਸ ਪੇਸ਼ ਕਰੋ ਨਾ ਆਪਣਾ ਗਵਰਨਮੈਂਟ ਨੂੰ ਉਹਨੂੰ ਸਿਮਟ ਲਾ ਦਈਏ ਯਾਰ ਕੋ 100 ਬੋਰੀ ਤੇ ਫਿਰ ਭੇਜ ਦਈਏ ਸਰ ਅਸੈਂਬਲੀ ਚ ਪਿਛਲੀ ਗਵਰਨਮੈਂਟ ਨੇ ਤਾਂ ਬੜੀ ਤਾਰੀਫ ਵੀ ਕੀਤੀ ਰਾਜਾ ਬਸ਼ਾਰਤ ਸਾਹਿਬ ਹਰ ਵਾਰੀ ਅਸੈਂਬਲੀ ਚ ਕਰਦੇ ਸੀ ਸਾਨੂੰ ਬੰਦੇ ਵੀ ਦੇ ਜਾਂਦੇ ਨਾ ਕੋ 10-20 ਹਜ਼ਾਰ ਰੁਪਏ ਸਰ ਕੇਸ ਤੇ ਤੁਹਾਡੇ ਬੰਦਿਆਂ ਨੇ ਤਿਆਰ ਕਰਨਾ ਹੈ ਕੇਸ भाई बदर सईद यहाँ कट करे
میں آئی جی آفس سے منگوا کے کیس آپ کو دیتا ہوں، ساتھ دیتا ہوں، کتنی میٹنگوں میں آئی صاحب نے کہا ہے کٹ کریں یہاں پہ، منگوا دیتا ہوں، تیری تسلی سر میں نے تھوڑی رکھنے ہیں. پھر تیری تسلی کرا دینا نا، گولی تے مارو رہا یار میں تینوں کی کرا پہ اچھا ٹھیک ہے سر. اچھا کس طرح سر بندے کس طرح بھرتی ہو سکتے ہیں، زیادہ کی پروسیس ہے یہ بارے چ کچھ دس. سر دیکھیں نا بات یہ ہے کہ آپ جب بھی ویکینسیاں آتی ہیں وہ اٹس ناٹ ویری ایزی تھنگ. آپ پورا کیس بنا کے لے کے جائیں گے، وہ فائنانس، ہوم فائنانس، چیف سیکرٹری، کیبنٹ، وہاں سے جا کے اپروول ہوگا، کیونکہ ایک ویکینسی کے پیچھے خالی وہ ایک سپاہی بھرتی نہیں ہو رہا، اس کی پوری پے اسٹرکچر، پینشن، سارا کچھ پوری کہانی پوری چلنی ہے، ٹھیک ہے نا. پھر اس کی ٹریننگ ہے اینڈ ایوری تھنگ ہے. اچھا جتنی پروموشنز ہوئی ہیں اس ٹرنور میں تو پیچھے سیٹیں تو خالی ہوئی ہوں گی، اگر مثلا کانسٹیبل ہیڈ کانسٹیبل ہو گئے، ہیڈ کانسٹیبل اوپر آ گئے، یہ ڈی ایس پی تک ہے نا، اس میں ریکروٹمنٹ بھی ہونی ہے، ٹھیک ہے. اس ریکروٹمنٹ میں ایسا نہیں ہے کہ آج بٹن دبایا تو کل 200 بندہ ریکروٹ ہو جائے گا یا 1000 ریکروٹ ہو جائے گا. اٹ ٹیکس ٹائم، ٹھیک ہے نا. اس میں پہلے اپروول کا پروسیس مکمل ہوگا، اپروول کے بعد پھر اس کا ایڈ آئے گا، پھر ریکروٹمنٹ کا پروسیس ہوگا، پھر ریکروٹمنٹ ہوگی، پھر ریکروٹمنٹ کے بعد وہ ٹریننگ کریں گے، دین دے ول کم ان دا فیلڈ. تو اٹ ول ٹیک مور دین 2 years. اٹس ناٹ جسٹ کلک آف اے بٹن، پاسبل نہیں. اچھا سر ایک اور چیز شروع ہوئی تھی، اب مجھے کیونکہ آئیڈیا نہیں وہ آپ کی ڈومین میں آئی تھی نہیں، لاہور کے بدماشوں کی ایک فہرست بنی تھی اور اس کے بعد ان کی تھانے میں حاضری اور ان کے وہ سارا پروسیس شروع ہوا تھا. تھانہ ہی نہیں ہے نا، تو یہ تھانے دار سے پوچھے. تو اس کا بدماشوں کا سی آئی اے سے تعلق نہیں تھا؟ نہیں، تھانوں کا میرے سے تعلق نہیں. لسٹیں آپ نے بنائی تھی بدماشوں کی سی آئی اے نے؟ نو آئی ڈونٹ نیڈ ٹو. میں کیوں بناؤں؟ آپ کے پاس لسٹ بنانے کی ضرورت نہیں، مجھے پتا بدماش کون ہے. تو وہ کیوں اور باہر ہے؟ بدماشوں کو میرا پتا ہے میں کیا ہوں. تو وہ باہر کیوں ہے کون بدماش؟ پرچے تو بڑے بڑے بدماشوں پہ بہت زیادہ پرچے ہیں. وہ اس کی وجہ جی اس تو بعد تسی اٹھ کے نا تے یہی کیمرہ لے کے نا تے کسی ہور ہستی کول جانا ہے کہ جی یہ 200 پرچے باہر کیوں ہے. سر میں تو پوچھ رہے ہیں نا کہ دس رہے ہوں تانوں بدماشاں دا پتہ ہے؟ سر مینوں پتہ ہے، میں چلان بھی کیتے تے کی وجہ میں چلان بھی کیتے اور تو بات کی ہوندا کی ہے کیوں باہر کیوں کاروائی کر سکنا نا سر. تے اگر تسی جا کے بدائیے وہ تسی جا کے لکھ کے دے آؤ کہ جناب غلط فہمی کی بنیاد پہ پرچہ درج ہو گیا تے کیپٹن لیاقت دا قصور تو نہیں نا لارڈشپ. اس طرح بچ رہے نے سر ایک تے تسی چیک کرو ذرا. اچھا تے پھر دوسری دوستوں کہ مدعی مطلب ایک ایوی چیز آندی ہے کہ پولیس اگر کر رہی ہے اس پہ بدماش کو پکڑتی ہے تو مدعی کی سیکیورٹی تحفظ نہیں ہوتا. وہ زیادہ تر کیسز میں یہی سننے میں آیا کہ چیز تے تحفظ نہیں ہوندا. تحفظ سر میں دینا تسی ایز اے سوسائٹی کی کر رہے ہو. سر میں دینا تحفظ میں ہوں میرے کو مینوں کو بندہ 10 لاکھ دے دیو یار میں ہر بندے نال ایک بندہ لا دینا مینوں تے کوئی اعتراض نہیں. لیکن دیکھو نا ایک بندہ پرچہ کراندا ہے تسی اودے کہندی ملزم بھی پھڑ لیا ٹھیک ہے لیکن اس بندہ سیکیور نہیں ہے اور ڈر دی وجہ تو اپنا کیس واپس لے رہا ہے. وہ کس طرح سیکیور ہوئے گا؟ 6 لیٹاں دے دئیے. وہ کس طرح سیکیور ہوئے گا؟ 6 لیٹاں دے دئیے انہوں سیکیور ہو جائے گا. نہیں کس طرح ہوئے گا؟ وہی 6-7 لیٹاں دے دئیے نا انہوں سیکیور ہو جائے گا. یعنی کہ تاری ذمہ داری نہیں پولیس دی؟ نہیں ساری ساری ذمہ داری ہے. جا کے ڈی آئی صاحب آپریشن کو تسی سوال پوچھنا ہے کہ امن و امان تہاڈی ذمہ داری ہے کہ نہیں. اچھا دیکھیں نا آپ نے ماشاءاللہ سٹرکچرڈ انٹرویو کرنے آئے نا سی آئی اے کی بات کریں. سر ایشو تو دیکھیں نا آپ بیسیکلی تو آپ پولیس کا شعبہ آپ نے یہاں سے جانا ہے آپ نے پولیس کا شعبہ جب میں وہاں جاؤں گا وہاں کی بات کرنی ہے. آپ لگ جائیں گے پہلے آپ سی ٹی او بھی رہے ہیں باقی بھی رہے ہیں آپ ڈی پی او بھی رہے ہیں آپ ڈی آئی جی بلتستان بھی رہے ہیں. تو جب یہ ایک پورے آرگنائزیشن کا آپ حصہ ہیں سر آرگنائزیشن کا حصہ ہے نا آپ جب میں وہاں جاؤں گا نا پھر آپ کہیں گے سی آئی اے ایس پی سی آئی اے سے پوچھیں. نو ایس پی سی آئی اے کا کام ہوگا تو پوچھوں گا ادروائز میں مدعی آتا ہے کہتا ہے جی میرا اس کے ساتھ معاملہ سولو ہو گیا ہم نے چھوڑ دیا. مدعی کیوں مجبور ہوتا ہے یہ کہنے پہ اس ایشو کو بھی تو لیندا جے مدعی چوراں کولوں بھی ساڈے کولوں بھی لے لیندا ریکوری دی مد چ تے چوراں کولوں معافی دین دے بھی لے لیندا. نہیں سر ڈر خوف بھی تو ہو سکتا ہے. کافی ہے نا ڈاکوؤں کولوں بھی پیسے معافی دین نہیں ہو سکتا ہے کہ وہ ڈر خوف ہے. تے جے گل ہو ہی سکدا ہے تے پھر جو تسی کہہ رہے ہو سکدا ہے جو میں کہہ رہا ہوں نہیں ہو سکدا. یعنی ہر مدعی پیسے لے رہے ہیں. تسی صحافی ہو نا جو تسی کہہ رہے ہو میں تہاڈی گل کر ہر مدعی سر پیسے لے کے صلح کردا ہے. سر تسی کہہ دیتا نا ہو سکدا ہے تے بھائی میں کہنا نہیں ہو سکدا جو تسی کہہ رہے ہو ٹھیک ہے. سر تسی پہلے گل کیتی ہے کہ ڈاکو تسی چلان کر دے ہو تے مدعی آ کے لکھ کے دے دیندا ہے. میں کہہ رہا کہ مدعی کیوں اتنا خوفزدہ ہوندا ہے اودے کول؟ سر کتھے لکھیا ہے اودے مت کتھے یہ کنے میں کہیا کہ خوفزدہ ہوندا ہے نہیں ہے تے تسی کہہ رہے ہو کہ آ کے کر جاندا ہے. کیوں کیس کیوں نہیں اودے ڈاکو آپ نے ابھی اس معاشرے میں سر ڈاکو کیوں زیادہ سکیور ہے؟ معاشرہ سن تو لے معاشرہ اس لیے سکیور ہے کہ تسی انہاں دی ضمانت کران ٹر جاندے ہو. سر کنے کرائی میں تے کسے دی نہیں کرائی. میں تے جدوں میں گل کرنا تے میں نال باقی 26 کروڑ عوام دی بھی گل کرنا بدر سعید دی گل نہیں کرنا ٹھیک ہے نا. تسی ایک گل مدعی نو پوچھنی ہے کہ تسی کیوں لکھ کے دیتا ہے کہ میرا ادھر نال تعلق ہے. اچھا ٹھیک ہے نا یا میرا ادھر مس انڈرسٹینڈنگ کی وجہ سے پرچہ درج ہو گیا. جدوں تو درخواست دین گیا ادوں مس انڈرسٹینڈنگ نہیں سی. جدوں تینوں بلایا پرچہ دین تو پہلے ادوں مس انڈرسٹینڈنگ نہیں سی. جدوں ایف آئی آر درج ہوئی مس انڈرسٹینڈنگ نہیں سی. 10 دفعہ تو درخواستاں دتیاں مس انڈرسٹینڈنگ. جدوں پھڑیا گیا تو ریکوری لے لئی
ਉਸ ਤੋਂ ਬਾਅਦ ਮਿਸ ਅੰਡਰਸਟੈਂਡਿੰਗ ਸ਼ੁਰੂ ਹੋਈ ਤੇ ਕਦੇ ਪੁੱਛਿਆ? ਅੱਛਾ ਸਰ ਇਹ ਇਸ ਤੋਂ ਬਾਅਦ ਸਵਾਲ ਤੇ ਲੈ ਲਓ, ਮੈਂ ਇਸੀ ਕੋ 100-150 ਮਦਈਆਂ ਕੋਲੋਂ ਠੀਕ ਤੁਹਾਨੂੰ ਪੁੱਛਣਾ, ਤੁਹਾਡੇ ਕੋਲ ਟਾਈਮ ਨਹੀਂ ਤੁਸੀਂ ਇਤਨੀ ਤੁਸੀਂ ਬੁਲਾ ਲਓ, ਅਸੀਂ ਇਕੱਠੇ ਕਰੀਏ ਤੇ ਅਸੀਂ ਤੁਹਾਨੂੰ ਭੈੜੀ ਗੱਲ ਕਰਨੀ ਉਹਦੀ ਨਹੀਂ ਮੈਂ ਸਰ ਮੈਂ ਹਾਜ਼ਰ ਹਾਂ। ਅੱਛਾ ਅਗਲਾ ਸਵਾਲ ਹੈ ਕਿ ਰਿਕਵਰੀ ਤੋਂ ਬਾਅਦ ਦਾ ਕੀ ਪ੍ਰੋਸੈਸ, ਮਤਲਬ ਤੁਸੀਂ ਇੱਕ ਬੰਦਾ ਗ੍ਰਿਫਤਾਰ ਕੀਤਾ, ਚੁੱਕਿਆ ਮੈਂ ਸਰ ਸੀਆਈਏ ਦੇ ਨਾਲ ਹੀ ਮੂੰਹ ਤੋਂ ਨਿਕਲਦਾ ਕਿ ਬੰਦਾ ਚੁੱਕ ਲਿਆ, ਕਿਉਂਕਿ ਸੀਆਈਏ ਦੇ ਬਾਰੇ ਚ ਹੈ ਨਾ ਕਿ ਰਾਤ ਨੂੰ ਆਇਆ ਡਾਲਾ ਤੇ ਸਾਰੀ ਕਾਰਵਾਈਆਂ ਰਾਤ ਨੂੰ ਹੋ ਰਹੀਆਂ ਤੇ ਰਾਤ ਨੂੰ ਹੁੰਦੀਆਂ ਦਿਨ ਦਿਹਾੜੇ ਇੱਥੇ। ਅੱਛਾ ਕੀ ਬਾਤ ਹੈ ਨਾ, ਤੁਸੀਂ ਕਿਸ ਦੌਰ ਚ ਜਿੰਦਾ ਹੋ ਕਿ ਡਾਕੂ ਸਾਹਿਬ ਘਰ ਬੈਠੇ ਨੇ ਔਰ ਉਹ ਇੰਤਜ਼ਾਰ ਕਰ ਰਹੇ ਨੇ। ਨਹੀਂ ਅੱਜ ਕੱਲ ਦੇ ਦੌਰ ਚ ਵੀ ਡਾਕੂ ਰਾਤ ਘਰ ਬੈਠੇਗਾ, ਉਹ ਬਾਹਰ ਕਿਤੇ ਨਹੀਂ ਜਾਏਗਾ। ਸੁਣ ਤੇ ਲਓ ਨਾ ਕਿ ਡਾਕੂ ਦਿਨੇ ਬੈਠਾ ਘਰ, ਉਹ ਕਹਿੰਦਾ ਜੀ ਮੈਂ ਦੁਪਹਿਰ ਦਾ ਖਾਣਾ ਖਾ ਲਿਆ, ਖਾਨ ਬਾਬਾ ਤੋਂ ਰੋਟੀ ਮੰਗਵਾ ਕੇ ਖਾਧੀ ਹੈ, ਪੇਟ ਭਰ ਲਿਆ, ਲੱਸੀ ਪੀ ਲਈ, ਹੁਣ ਆ ਜਾਓ ਮੈਨੂੰ ਗ੍ਰਿਫਤਾਰ ਕਰ ਲਓ, ਸਦਕੇ ਜਾਵਾਂ ਮੈਂ ਤੇਰਾ ਸਿਨੈਰੀਓ ਪੇਂਟ ਕਰਨ ਤੇ ਸੀਆਈਏ ਦੇ ਨਹੀਂ ਮੈਨੂੰ ਦੱਸੋ ਸਾਰੀ ਕਾਰਵਾਈਆਂ ਰਾਤ ਨੂੰ ਜਾਂ ਦਿਨ ਨੂੰ ਡਾਕੂ ਨਹੀਂ ਫੜਿਆ ਜਾਂਦਾ ਸਾਡੇ ਕੋਲੋਂ? ਜਾਂ ਛਾਪਾ ਮਾਰੀਦਾ ਹੈ, ਜਰਾ ਜਾਂਦੇ ਤੇਰੇ ਵਰਗੇ ਚੌਕ 'ਚ ਖਲੋਤੇ ਹੁੰਦੇ ਨੇ, ਦੱਸ ਦਿੰਦੇ ਨੇ ਸੀਆਈਏ ਆ ਗਈ ਹੈ, ਤਾਂ ਦਿਨ ਨੂੰ ਛਾਪਾ ਨਹੀਂ ਮਾਰਦੇ। ਨਹੀਂ ਤੇ ਇੰਨਾ ਐਲਾਨ ਕਰਕੇ ਕਿਉਂ ਜਾਂਦੇ ਹੋ? ਕਿਹੜਾ ਅਸੀਂ ਕਹਿੰਦੇ ਦੱਸੀਏ, ਪਤਾ ਲੱਗ ਜਾ ਹੁਣ ਕੀ ਕਰੀਏ, ਅਸੀਂ ਸਲਮਾਨੀ ਟੋਪੀਆਂ ਪਾ ਕੇ ਜਾਈਏ। अच्छा सर एक और चीज़ ये बताएं कि सीआईए जब किसी को गिरफ्तार करती है तो सीआईए के अपने थाने में, मतलब हमने वो पता करना है, एक बंदा आ गया, उसको कोई ले गया, गिरफ्तार करके ले गया, गाड़ी में बिठाया, अब वो होता है जी सीआईए ले गई, कोई और गिरफ्तार करके ले गया, या कोई उसका दुश्मनी किसी आया और उसको ले गया, ये बड़ा वहां पाया जाता है, तो उसके कहाँ से पता लगेगा कि बंदा कहाँ पे है? मेरे से डायरेक्ट तारे को नहीं पता लगे? मेरे को मैं दस देंगा कि साढ़े को हर बंदे दी ताड़े तक रसाई भी नहीं सर, हर बंदे दी रसाई, मेरा दरवाजा खुला तो रोकिया किसी ने? गल है कि हमारे तरीकाकार ये है कि जब हमको बंदा पकड़ते हैं हम उसके वर्षा को बताते हैं, आपका बंदा हमने पकड़ लिया, ठीक, उसका राइट है। अगर उसके वर्षा को नहीं बताया गया तो सीआईए ने इसका मतलब है नहीं बंदा नहीं पकड़ा, ठीक हो। आजकल देखिए ना, मेरी और एक और बात है, इतनी सारी एजेंसियां काम कर रही होती हैं, कोई भी बंदा जाके आपको कहे हमने सीआईए से आए बंदा पकड़ के ले गया, आई एम नॉट रिस्पॉन्सिबल फॉर दैट, मैं उसका जिम्मेदार हूँ जिसको मैं लेके आया हूँ, ठीक है ना, और उसकी हेल्थ का, उसके राइट्स का आई एम रिस्पॉन्सिबल, लेट मी टेक केयर ऑफ दैट। अच्छा सर एक और बताइएगा, आपके पास जब गिरफ्तार किया जाता है, आप बंदे को ले आते हैं, रिकवरी हो जाती है, मुद्दई को पैसे मिल जाते हैं, उसके बाद का आगे क्या प्रोसेस, उस मुलजम को सजा भी दिलवाई जाती है या कुछ? सर हम चालान करते हैं, चालान करके अदालत में भेजते हैं, उसके बाद उसका ट्रायल शुरू हो जाता है। ठीक, जो एक डायलेमा है ना सीआईए का एक्चुअली, क्योंकि मैंने जो आपसे पहले बात की ना कि हम जब पुलिस वाले का इंटरव्यू करने आते हैं तो हम इस नेगेटिविटी के साथ आते हैं कि हमने इनको पकड़ना है, हम ये नहीं सोचते कि व्हाट पॉजिटिव रोल दे आर प्लेइंग। मसलन एक बंदा पूरे जोर शोर से मुकदमा तरले डाल के ना वहां डीआईजी इन्वेस्टिगेशन ऑफिस में तो सीआईए में ट्रांसफर करवाता है, जब ट्रांसफर हो जाता है उसको बिल्कुल होप नहीं होती कि जब डेड हो जाता है वहां तो हमारे पास आता है, जब चोरी डकैती उसकी हुई होती है, जब हम उसका केस ले लेते हैं तो वो शुरू में तो होता है कि सर कुछ करें कुछ करें कुछ करें, अचानक वो जो मासूम मुद्दई से जालिम बनने का उसका पीरियड है ना, कभी आप वो देखें ना तो वो कमाल होता है। जिस दिन हमने बंदा पकड़ लिया और उसने कन्फेस कर लिया मैंने ये वारदात की है, तो उस दिन फिर मुद्दई साहब की टांग ऊपर आ जाती, फिर मुद्दई साहब कहना शुरू करते हैं लो मेरा तो 7 करोड़ गया सी, मेरे को तो गलती हो गई, मैं 2 लिखिया सी, ऐ झूठ बोलन डे जी, मेरा तो यह भी गया सी, मेरा तो यह भी गया सी, ਇਹਦਾ मोटरसाइकिल भी बेचो, ਇਹਦਾ घर भी बेचो, ਇਹਦੀ कार भी बेचो, ਇਹਦਾ फ्रिज भी बेचो ਤੇ ਸਾਰਾ ਕੁਝ ਮੈਨੂੰ ਦਿਓ। ਉਹ ਮੁਲਜ਼ਮ ਜੋ ਮਰਜ਼ੀ ਕਰੇ, ਅਸੀਂ ਜੋ ਮਰਜ਼ੀ ਹਰਬਾ ਇਸਤੇਮਾਲ ਕਰ ਲਈਏ, ਉਹ ਸਟਿਲ ਕਹੇਗਾ ਜਨਾਬ ਮੇਰਾ ਤੇ ਕਰੋੜ ਗਿਆ ਸੀ, ਤੁਸੀਂ ਮੈਨੂੰ ਸਿਰਫ 20 ਲੱਖ रुपया ਦਿੱਤਾ ਜਨਾਬ, ਇਹ ਬੜੀ ਜ਼ਿਆਦਤੀ ਕਰ ਦਿੱਤੀ ਮੇਰੇ ਨਾਲ सीआईए। अच्छा सर मैं आपको अपना दुख बताने लगा जी सर कि एक टाइम था जो टोटल मायूस था कि मेरा केस कख नहीं बना, खत्म हो गया। सीआईए ने सारी पूरी एफर्ट की, अंगू से बंदा पकड़ के लाए, मालाकंड से लाए, जहां से भी लाए, ला के उसके सामने बिठा दिया। जब सामने बिठाया तो उसने कहा जी ना 25 तोले जेवर लिखे है, उतो टोटल 5 तोले मिले, पहली लड़ाई उतो शुरू हो गई, नहीं जी मैनू तो हुण 25 चाहिए, ठीक है। हुण वो जिहड़ा 25 है ना ਉਹਦਾ ख्याल ਹੁੰਦਾ है कि सीआईए एसपी सीआईए चेक लिख देगा तो 20 तोले तो जेब च दे देगा सब। हम जालिम लोग हैं, एक तरफ हम टोटल फारग होकर बैठे होते हैं और दूसरी तरफ जब हम उनको देना चाहते हैं तो फिर हम चाहते हैं कि अगले का गुर्दा बेच के भी इसी पैसे दे देंगे, विच इज नॉट पॉसिबल। इंसानियत वाला जो है ना हमें साथ रखना चाहिए और एफर्ट को एक्नॉलेज करना चाहिए, विच वी डोंट डू इट। थैंक यू।